हाँ जी विद्यार्थियों, स्वागत है एक बार फिर तुहाडा इस क्लास दे विच। ते अज दी जिहड़ी जमात है साडी, इहदे विच आपां देखो जी वरनां दीयां किस्मां जां वर्गीकरण बारे गल करांगे। पिछली जमात दे विच जिवें आपां वर्णमाला बारे पढ़िया सी, उहदे बारे एनालिसिस कीता सी ते नाल वर्णमाला दे नाल संबंधित एग्जाम दे विच किस तरह के प्रश्न, किस तरह की शब्दावली प्रश्नों की पूछी जाती है, उहदे बारे आपां थोड़ी जी जानकारी लई सी। हुण देखो जी अगली जमात दे विच फिर एक बारी तुहाडा स्वागत करदा मैं। ते इहदे विच आपां वर्णां दीयां किस्मां जां वर्गीकरण बारे पढ़ांगे। देखो जी वर्णां दीयां किस्मां जां वर्गीकरण इक्को ही गल है। इहदे विच की है जी, आपां नूं वर्णां बारे थोड़ी जी जानकारी हो जाए कि पंजाबी दी वर्णमाला दे जिहड़े वर्ण अखर हैं उन्हां नूं उन्हां दी वंड किस प्रकार दी है, उन्हां दा वर्गीकरण किवें दा है। ये एक सधारण जानकारी देण वास्ते मैं एक वीडियो लैके तुहाडे सामने आया। देखो जी इहदे विच मैं कुछ क बना रखियां वर्णां दीयां किस्मां, जिवें स्वर, व्यंजन, अनुनासिक धुनियां ते दुੱਤ या संयुक्त अखर जां जुड़वें अखर। ये है जिहड़े ये तुसीं अक्सर ही इन्हां दे नाल संबंधित एग्जाम दे विच प्रश्न तुसीं देखदे ही रहंदे हो। चाहे तुसीं अपने रीट का एग्जाम दवो, चाहे तुसीं PSTET का एग्जाम दो, चाहे CTET का, मतलब किसी भी जिहड़ा ये एग्जाम है जिहदे विच तुसीं एज ए पंजाबी लैंगवेज चूज़ करते हो, प्रैफर करते हो, उहदे विच इन्हां दे नाल संबंधित प्रश्न तुसीं अक्सर देखे होने हैं। स्वर दे नाल संबंधित, व्यंजन दे नाल, अनुनासिकी धुनियां दे नाल संबंधित, दुੱਤ जां संयुक्त अखर जां जुड़वें अखर जिन्हां आपां कह दिंदे हां। हुण देखो जी सब तो पहला आपां गल करदे हां स्वर दी। आपां नूं पता है कि आपां वैसे तां भी जिहड़े पंजाबी धुनियां दा वर्गीकरण करदे हां, आपां एक कर दिंदे हां जी खंडी धुनियां, एक अखंडी धुनियां। खंडी धुनियां हो गई, अखंडी धुनियां, इन्हां दी गल आपां अगली जमात दे विच भी करांगे। उहदे विच आपां स्वर ते व्यंजनां दा वर्गीकरण कर लैंदे हां, स्वर ते व्यंजन। उस ते बाद व्यंजनां दे विच आपां की करदे हां, अनुनासिक धुनियां भी कढदे हां ते नाल दुੱਤ जां संयुक्त अखरां बारे भी आपां पढ़दे हां। इहदे विच की है, उस तो बाद आपां एक ਜਿਹੜੇ ਆਹ व्यंजन, अनुनासिक ਤੇ ਦੁੱਤ ਜਾਂ ਸੰਯੁਕਤ ਅੱਖਰ, ਜੁੜਵੇਂ ਅੱਖਰ ਜਿਨ੍ਹਾਂ ਨੂੰ ਕਹਿ ਦਿੰਦੇ, ਇਹਨਾਂ ਬਾਰੇ ਵੀ ਆਪਾਂ ਪੜ੍ਹਦੇ ਹਾਂ। ਇਹਨਾਂ ਸੰਬੰਧੀ ਪ੍ਰਸ਼ਨ ਵੀ ਤੁਸੀਂ ਵੇਖਦੇ ਹੋ ਐਗਜ਼ਾਮ ਦੇ ਵਿੱਚ ਆਉਂਦੇ। ਅੱਛਾ ਹੁਣ ਆਪਾਂ ਇਹਨਾਂ ਬਾਰੇ ਗੱਲ ਕਰਦੇ ਹਾਂ, ਇਹਨਾਂ ਨੂੰ ਥਿਓਰੀ ਰੂਪ 'ਚ ਜਾਣਦੇ ਹਾਂ ਵੀ ਇਹ ਹੈ ਕੀ ਚੀਜ਼ ਆ, ਅਤੇ ਦੂਸਰਾ ਇਹਨਾਂ ਦੇ ਨਾਲ ਸੰਬੰਧਿਤ ਪ੍ਰਸ਼ਨ ਕਿਵੇਂ ਦਾ ਪੁੱਛਿਆ ਜਾਂਦਾ ਹੈ, ਆਓ ਦੇਖਦੇ ਹਾਂ। ਪਹਿਲਾਂ ਗੱਲ ਕਰੀਏ ਜੀ ਸਵਰਾਂ ਦੀ, ਵੀ ਸਵਰ ਕੀ ਚੀਜ਼ ਹੈ। ਸਵਰਾਂ ਦੀ ਪਰਿਭਾਸ਼ਾ ਦੇਖੋ ਜੀ, ਪੰਜਾਬੀ ਵਿੱਚ ਸਵਰ ਅਜਿਹੇ ਅੱਖਰ ਹਨ ਜੋ ਕਿਸੇ ਦੂਸਰੇ ਅੱਖਰ ਦੀ ਸਹਾਇਤਾ ਤੋਂ ਬਿਨਾਂ ਬੋਲੇ ਜਾਂਦੇ ਹਨ। ਸਵਰ ਹਨ ਜਿਹੜੇ ਉਹ ਹਮੇਸ਼ਾ ਕਿਸੇ ਦੂਸਰੇ ਅੱਖਰ ਦੀ ਬਿਨਾਂ ਸਹਾਇਤਾ 'ਤੇ ਵੀ ਬੋਲੇ ਜਾਂਦੇ ਹਨ। ਇਹ ਹੈ ਜੀ ਸਵਰ ਦੀ ਪਰਿਭਾਸ਼ਾ। ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਕਿਸੇ ਵੀ ਮੰਨ ਲਓ ਹੁਣ ਜਿਵੇਂ ਅੱਖਰ ਸ਼ਬਦ ਲਿਖਿਆ ਹੋਇਆ ਤੁਹਾਡੇ ਸਾਹਮਣੇ, ਅੱਖਰ ਦੇ ਵਿੱਚ ਜਿਹੜਾ ਇਹ ਸ਼ਬਦ ਹੈ ਉਹ ਆਪਣੇ ਆਪ ਦੇ ਵਿੱਚ ਕੀ ਹੈ, ਸਵਰ ਹੈ। ਇਹ ਅੱਖਰ ਆ ਜਿਹੜਾ ਇਹ ਸਵਰ ਹੈ। ਸੋ ਇਹਨੂੰ ਕਿਸੇ ਹੋਰ ਮਤਲਬ ਕੀ ਹੈ ਵੀ ਕਿਸੇ ਹੋਰ ਅੱਖਰ ਦੀ ਨਾਲ ਸਹਾਇਤਾ ਦੀ ਲੋੜ ਨਹੀਂ ਹੈ, ਕਿਸੇ ਵਿਅੰਜਨ ਦੀ ਸਹਾਇਤਾ ਦੀ ਲੋੜ ਨਹੀਂ ਹੈ। ਇਹ ਆਪਣੇ ਆਪ ਦੇ ਵਿੱਚ ਸੁਤੰਤਰ ਰੂਪ ਦੇ ਵਿੱਚ ਵਿਚਾਰਿਆ ਜਾ ਸਕਦਾ ਹੈ। ਇਹਦੇ ਬਾਰੇ ਵੀ ਦੇਖਾਂਗੇ ਆਪਾਂ ਕਿਵੇਂ ਉਚਾਰਿਆ ਜਾਂਦਾ ਹੈ। ਸਵਰਾਂ ਦੇ ਉਚਾਰਨ ਲਈ ਕਿਸੇ ਦੂਸਰੇ ਅੱਖਰ ਦੀ ਲੋੜ ਨਹੀਂ ਪੈਂਦੀ, ਇਹ ਇਕੱਲੇ ਉਚਾਰੇ ਜਾ ਸਕਦੇ ਹਨ। ਪੰਜਾਬੀ ਦੇ ਵਿੱਚ ਸਵਰ ਕਿੰਨੇ ਹਨ? 3, ਊੜਾ, ਐੜਾ ਤੇ ਈੜੀ। ਆਪਾਂ ਪੜ੍ਹਦੇ ਹਾਂ, ਆਪਾਂ ਪਿਛਲੀ ਜਮਾਤ ਦੇ ਵਿੱਚ ਵਰਨਮਾਲਾ ਵਾਲੀ ਦੇ ਵਿੱਚ ਇਹ ਗੱਲ ਪੜ੍ਹੀ ਸੀ। ਉਹ ਸਵਰ ਜਾਂ ਸਵਰ ਧੁਨੀਆਂ ਜਿਹੜੀਆਂ ਸਵਰਾਂ ਨੂੰ 10 ਲਗਾ ਮਾਤਰਾ ਲੱਗ ਕੇ ਜਿਹੜੀਆਂ 10 ਸਵਰ ਧੁਨੀਆਂ ਸਾਡੇ ਸਾਹਮਣੇ ਨਿਕਲ ਕੇ ਆਉਂਦੀਆਂ, ਉਹਨਾਂ ਨੂੰ ਕਿਸੇ ਦੂਸਰੇ ਵਿਅੰਜਨ ਦੀ ਸਹਾਇਤਾ, ਮਤਲਬ ਨਾਲ ਦੇ ਕਿਸੇ ਦੂਸਰੇ ਵਿਅੰਜਨ ਦੀ ਸਹਾਇਤਾ ਨਹੀਂ ਪੈਂਦੀ। ਆਪਣੇ ਆਪ ਦੇ ਵਿੱਚ ਸੁਤੰਤਰ ਰੂਪ ਵਿੱਚ ਆਪਾਂ ਉਹਨਾਂ ਨੂੰ ਆਪਾਂ ਦੇਖਦੇ ਹਾਂ, ਇੱਕ ਸ਼ਬਦ ਦੇ ਵਿੱਚ ਵਿਚਰਦਿਆਂ ਹੋਇਆਂ ਦੇਖ ਸਕਦੇ ਹਾਂ। ਪੰਜਾਬੀ ਵਿੱਚ ਕਿਹੜੇ ਕਿਹੜੇ ਸਵਰ ਆ ਜੀ? ਦੇਖੋ ਊੜਾ, ਐੜਾ ਤੇ ਈੜੀ 3 ਸਵਰ ਹਨ। ਇਹਨਾਂ ਨੂੰ ਮੂਲ ਸਵਰ ਜਾਂ ਸਵਰ ਵਾਹਕ ਵੀ ਆਖਿਆ ਜਾਂਦਾ ਹੈ। ਪਿਛਲੀ ਜਮਾਤ ਦੇ ਵਿੱਚ ਗੱਲ ਹੋਈ ਸੀ ਨਾ ਕਿ ਊੜਾ, ਐੜਾ ਤੇ ਈੜੀ 3 ਸਵਰਾਂ ਨੂੰ ਮੂਲ ਸਵਰ ਜਾਂ ਸਵਰ ਵਾਹਕ ਵੀ ਕਹਿੰਦੇ ਹਨ।
ਅੱਗੇ ਦੇਖੋ ਜੀ, ਇਹਨਾਂ 3 ਸਵਰਾਂ ਨੂੰ 10 ਲਗਾ ਮਾਤਰਾ ਲੱਗਦੀਆਂ। ਗੱਲ ਹੋ ਗਈ ਕਲੀਅਰ ਆਪਣੀ। 10 ਲਗਾ ਮਾਤਰਾ ਲੱਗ ਕੇ 10 ਸਵਰ ਧੁਨੀਆਂ ਦਾ ਨਿਰਮਾਣ ਹੁੰਦਾ ਹੈ। ਸਵਰ 3 ਹਨ ਅਤੇ ਸਵਰ ਧੁਨੀਆਂ 10 ਹਨ। ਲਿਖ ਰੱਖੀਆਂ ਜੀ ਕਿਹੜੀਆਂ ਕਿਹੜੀਆਂ ਸਵਰ ਧੁਨੀਆਂ। ਦੇਖ ਲਓ, ਐੜਾ ਮੁਕਤਾ ਆ, ਐੜੇ ਕੰਨਾ ਆ, ਈੜੀ ਸਿਆਰੀ। ਇਹ ਬੋਲਣ ਦਾ ਤਰੀਕਾ ਦੱਸਦਾ ਤੁਹਾਨੂੰ, ਕਿਉਂਕਿ ਤੁਸੀਂ ਵੀ ਅੱਗੇ ਜਾ ਕੇ ਪੰਜਾਬੀ ਪੜ੍ਹਾਉਣੀ ਹੈ। ਸੁਣ ਲਓ, ਧਿਆਨ ਨਾਲ ਸੁਣੋ ਇਹਨੂੰ। ਐੜਾ ਮੁਕਤਾ ਆ, ਐੜੇ ਕੰਨਾ ਆ, ਈੜੀ ਸਿਆਰੀ ਏ, ਈੜੀ ਬਿਹਾਰੀ ਈ, ਊੜੇ ਔਂਕੜ ਓ, ਊੜੇ ਦਲੈਂਕੜ ਊ, ਈੜੀ ਲਾਂ ਏ, ਐੜੇ ਦਲਾਵਾਂ ਐ, ਊੜੇ ਹੋੜਾ ਓ, ਤੇ ਐੜੇ ਕਨੌੜਾ ਔ, ਐੜੇ ਕਨੌੜਾ ਔ। ਇਹ ਹੈ ਜਿਹੜੇ ਸਾਡੀਆਂ 10 ਸਵਰ ਧੁਨੀਆਂ ਹਨ। ਇਹ ਗੱਲ ਹੋ ਗਈ ਜੀ ਸਵਰਾਂ ਦੀ। ਇੱਕ ਸਧਾਰਨ ਜਾਣਕਾਰੀ ਦਿੱਤੀ ਹੈ ਤੁਹਾਨੂੰ। ਇਸ ਤੋਂ ਬਾਅਦ ਸਵਰ ਧੁਨੀਆਂ ਦੀ ਵੀ ਗੱਲ ਕਰਾਂਗੇ। ਕਿਹੜੇ ਸਵਰ ਨੂੰ ਕਿਹੜੀ ਲਗਾ ਮਾਤਰਾ ਲੱਗਦੀ ਹੈ ਉਹ ਵੀ ਆਪਾਂ ਵੇਖਾਂਗੇ। ਅੱਗੇ ਦੇਖਦੇ ਹਾਂ ਜੀ, ਵਿਅੰਜਨ ਬਾਰੇ ਗੱਲ ਕਰੀਏ। ਜਦੋਂ ਵਿਅੰਜਨ ਹੈ ਜਿਹੜੇ ਉਹ ਪੰਜਾਬੀ ਵਿੱਚ ਅਜਿਹੇ ਅੱਖਰ ਹਨ ਜੋ ਕਿਸੇ ਲਗ ਜਾਂ ਮਾਤਰਾ ਦੀ ਸਹਾਇਤਾ ਤੋਂ ਬਿਨਾਂ ਨਾ ਬੋਲੇ ਜਾ ਸਕਦੇ ਹਨ, ਨਾ ਲਿਖੇ ਜਾ ਸਕਦੇ ਹਨ। ਇਹ ਗੱਲ ਤੁਸੀਂ ਧਿਆਨ ਰੱਖਣੀ ਹੈ ਕਿ ਸਵਰਾਂ ਨੂੰ ਤਾਂ ਆਪਾਂ ਬਿਨਾਂ ਕਿਸੇ ਅੱਖਰ ਦੀ ਸਹਾਇਤਾ ਤੇ ਬੋਲ ਜਾਂ ਲਿਖ ਸਕਦੇ ਹਾਂ, ਪਰ ਵਿਅੰਜਨਾਂ ਨੂੰ ਆਪਾਂ ਨਹੀਂ ਬੋਲ ਸਕਦੇ, ਨਹੀਂ ਲਿਖ ਸਕਦੇ ਬਿਨਾਂ ਕਿਸੇ ਦੂਸਰੇ ਅੱਖਰ ਦੀ, ਬਿਨਾਂ ਕਿਸੇ ਸਵਰ ਦੀ ਸਹਾਇਤਾ ਤੇ। ਸਵਰ ਹੈ ਜਿਹੜੇ ਇਹ ਕੀ ਹੈ ਵਿਅੰਜਨ। ਅਗਲੀ ਲਾਈਨ ਦੇਖੋ ਕੀ ਲਿਖੀ ਹੈ ਕਿ ਸਵਰਾਂ ਦੀ ਸਹਾਇਤਾ ਨਾਲ ਹੀ ਉਚਾਰੇ ਜਾ ਸਕਦੇ ਹਨ। ਦੇਖੋ ਜੀ ਕਿਵੇਂ, ਉਦਾਹਰਣ ਦੇ ਦਿੰਦਾ ਤੁਹਾਨੂੰ। ਉਦਾਹਰਣ ਵਾਸਤੇ ਪੰਜਾਬੀ ਸ਼ਬਦ ਲਿਖਿਆ ਮੈਂ ਤੁਹਾਡੇ ਸਾਹਮਣੇ, ਪੰਜਾਬੀ ਸ਼ਬਦ। ਹੁਣ ਇਹਦੇ ਕਰੋ ਜੀ ਖੰਡ ਜਾਂ ਟੁਕੜੇ। ਜਦੋਂ ਤੁਸੀਂ ਕਰੋਗੇ ਤਾਂ ਪੈ ਇਕੱਲਾ ਆ ਜਾਏਗਾ, ਐੜੇ ਨੂੰ ਟਿੱਪੀ ਤੇ ਜੈ ਇਕੱਲਾ ਤੇ ਐੜੇ ਨੂੰ ਕੰਨਾ ਤੇ ਫਿਰ ਬੈ ਇਕੱਲਾ ਅਤੇ ਫਿਰ ਈੜੀ ਨੂੰ ਸਿਆਰੀ। ਐਵੇਂ ਹੀ ਬਣੇਗਾ ਨਾ। ਦੇਖ ਲਓ ਪੰਜਾਬੀ ਸ਼ਬਦ। ਇਹ ਹੈ ਜਿਹੜਾ ਪੰਜਾਬੀ ਸ਼ਬਦ ਨੂੰ ਜਦੋਂ ਮੈਂ ਐਨਾਲਿਸਿਸ ਇਹਦੇ ਮਤਲਬ ਖੰਡ ਕੀਤੇ, ਟੁਕੜੇ ਕੀਤੇ, ਉਦੋਂ ਦੇਖੋ ਹੁਣ ਇਹ ਪੰਜਾਬੀ ਸ਼ਬਦ ਹੈ ਜਿਹੜਾ ਇਹ ਇੱਕ ਦੇਖ ਲਓ ਜਿਹੜਾ ਪੈ ਅੱਖਰ ਹੈ ਉਹ ਐੜੇ ਸਵਰ ਦੀ ਸਹਾਇਤਾ ਨਾਲ, ਪੈ ਵਿਅੰਜਨ ਐੜੇ ਸਵਰ ਦੀ ਸਹਾਇਤਾ ਨਾਲ ਬੋਲਿਆ ਜਾ ਰਿਹਾ। ਜੈ ਐੜੇ ਸਵਰ ਦੀ ਸਹਾਇਤਾ ਨਾਲ। ਉਸ ਤੋਂ ਬਾਅਦ ਬੈ ਅੱਖਰ ਹੈ ਜਿਹੜਾ ਇਹ ਵਿਅੰਜਨ ਹੈ ਨਾ, ਪੈ ਜੈ ਤੇ ਬੈ ਇਹ ਵਿਅੰਜਨ ਹੈ ਸਾਡੇ। ਇਹ ਸਵਰਾਂ ਦੀ ਸਹਾਇਤਾ ਨਾਲ ਆ ਕੇ ਹੀ ਇੱਕ ਸੰਪੂਰਨ ਅਰਥ ਪ੍ਰਦਾਨ ਕਰਦੇ ਹਨ। ਇਸ ਕਰਕੇ ਲਿਖਿਆ ਹੋਇਆ ਹੈ ਜੀ, ਇਹ ਬਿਨਾਂ ਨਾ ਤਾਂ ਜਿਹੜੇ ਵਿਅੰਜਨ ਹਨ ਉਹ ਬਿਨਾਂ ਕਿਸੇ ਲਗ ਜਾਂ ਮਾਤਰਾ ਦੀ ਸਹਾਇਤਾ ਤੋਂ ਬਿਨਾਂ ਨਾ ਬੋਲੇ ਜਾ ਸਕਦੇ ਹਨ, ਨਾ ਹੀ ਲਿਖੇ ਜਾ ਸਕਦੇ ਹਨ। ਹੁਣ ਆ ਦੇਖ ਲਓ, ਹੁਣ ਇਹਦੇ ਵਿੱਚ ਲਗ ਮਾਤਰਾ ਜਿਹੜੀ ਇਹ ਵੀ ਲੱਗੀ ਹੋਈ ਹੈ ਨਾ। ਸਵਰਾਂ ਦੀ ਸਹਾਇਤਾ ਨਾਲ ਹੀ ਉਚਾਰੇ ਜਾ ਸਕਦੇ ਹਨ। ਪੰਜਾਬੀ ਵਿੱਚ ਸੱਸੇ ਤੋਂ ੜਾੜੇ ਤੱਕ 32 ਅੱਖਰ ਵਿਅੰਜਨ ਹਨ। 32 ਅੱਖਰ ਵਿਅੰਜਨ ਹਨ ਜੀ। ਸ਼ੁੱਧ ਵਿਅੰਜਨ ਦੀ ਗੱਲ ਹਜੇ ਆਪਾਂ ਕਰਦੇ ਹਾਂ। ਇੱਥੇ ਇਕੱਲੇ ਵਿਅੰਜਨ ਹਨ। ਇੱਕ ਵਾਰ ਸੱਸੇ ਤੋਂ ੜਾੜੇ ਤੱਕ 32 ਵਿਅੰਜਨ ਹਨ। ਇਹ ਹੈ ਜਿਹੜੀ ਇਹ ਲਾਈਨ, ਇਹਦੀ ਮੈਂ ਇਹ ਜਿਹੜੀ ਉੱਤੇ ਕ੍ਰਾਸ ਕਰ ਦਿੱਤਾ ਹੈ ਕਿਉਂਕਿ ਇਹ ਗਲਤ ਲਿਖੀ ਹੋਈ ਹੈ, ਸੋ ਇਹਦੇ ਤੇ ਮੈਂ ਕ੍ਰਾਸ ਮਾਰ ਦਿੱਤਾ ਹੈ। ਹੁਣ ਇਹਨੂੰ ਆਪਾਂ ਦੁਬਾਰਾ ਪੜ੍ਹਦੇ ਹਾਂ। ਦੇਖੋ ਕੀ ਹੈ, ਪੰਜਾਬੀ ਵਿੱਚ ਸੱਸੇ ਤੋਂ ੜਾੜੇ ਤੱਕ 32 ਅੱਖਰ ਵਿਅੰਜਨ ਹਨ, ਕਿਉਂਕਿ ਪਹਿਲਾ ਊੜਾ ਐੜਾ ਤੇ ਈੜੀ ਇਹ 3 ਸਵਰ ਹਨ, ਬਾਕੀ ਆਪਾਂ ਨੂੰ ਪਤਾ ਵਿਅੰਜਨ ਹਨ। ਅੱਛਾ ਬਾਕੀ ਹੈ ਜਿਹੜੇ, ਅੱਛਾ ਹੁਣ ਜਿਹੜਾ ਸਾਡਾ ਨਵੀਨ ਵਰਗ ਹੈ, ਨਵੀਨ ਵਰਗ ਦੇ ਜਿਹੜੇ 6 ਅੱਖਰ ਹਨ ਉਹ ਕੀ ਵਿਅੰਜਨ ਦੀ ਸ਼੍ਰੇਣੀ 'ਚ ਨਹੀਂ ਆਉਂਦੇ, ਉਹ ਵਿਅੰਜਨ ਧੁਨੀਆਂ ਦੀ ਮੰਨ ਲਓ ਸ਼੍ਰੇਣੀ ਕਹਿ ਲਓ ਤੁਸੀਂ, ਕਿਉਂਕਿ ਉਹ ਮਤਲਬ ਕਿਉਂਕਿ ਉਹਨਾਂ ਦਾ ਸੰਬੰਧ ਹੈ ਜਿਹੜਾ ਉਹ ਅਰਬੀ ਫਾਰਸੀ ਭਾਸ਼ਾ ਦੇ ਨਾਲ ਹੋਣ ਕਰਕੇ, ਤੇ ਉਸ ਤੋਂ ਬਾਅਦ ਇੱਕ ਹੋਰ ਅੱਖਰ ਨਿਜਾਤ ਹੋਣ ਕਰਕੇ ਉਸ ਨੂੰ ਮਤਲਬ ਤੁਸੀਂ ਵਿਅੰਜਨ ਦੀ ਸ਼੍ਰੇਣੀ ਵਿੱਚ ਲਗਭਗ ਨਹੀਂ ਗਿਣਿਆ ਜਾਂਦਾ। ਉਸ ਨੂੰ ਤੁਸੀਂ ਇਸ ਤਰ੍ਹਾਂ ਕਹਿ ਲਓ, ਸਿਰਫ 32 ਵਿਅੰਜਨ ਗਿਣੇ ਜਾਂਦੇ ਹਨ। ਅੱਛਾ ਹੁਣ ਇੱਕ ਸਵਾਲ ਹੋਰ ਪੈਦਾ ਹੁੰਦਾ ਹੈ ਜੀ, ਪੰਜਾਬੀ ਵਿੱਚ ਸ਼ੁੱਧ ਵਿਅੰਜਨ ਕਿੰਨੇ ਹਨ? ਇੱਕ ਤਾਂ ਇਸ ਚੀਜ਼ 'ਤੇ ਸੰਸ਼ਯ ਹੈ ਥੋੜ੍ਹਾ ਜਿਹਾ ਕਿ ਸ਼ੁੱਧ ਵਿਅੰਜਨ ਕਿੰਨੇ ਹਨ, ਪਰ ਫਿਰ ਵੀ ਮੰਨ ਲਓ ਪ੍ਰੀਖਿਆ ਵਿੱਚ ਇਸ ਤਰ੍ਹਾਂ ਦਾ ਪ੍ਰਸ਼ਨ ਪੁੱਛਿਆ ਜਾਵੇ ਤਾਂ ਪੰਜਾਬੀ ਵਿੱਚ ਸ਼ੁੱਧ ਵਿਅੰਜਨ ਨੇ ਜਿਹੜੇ ਸਾਡੇ ਉਹ ਹੈਗੇ ਆ ਜੀ 29। ਪੰਜਾਬੀ ਵਿੱਚ ਸ਼ੁੱਧ ਵਿਅੰਜਨਾਂ ਦੀ ਗੱਲ ਕਰਦੇ ਹਾਂ ਜੀ। ਆ ਜਾਓ ਪੰਜਾਬੀ ਵਿੱਚ ਸ਼ੁੱਧ ਵਿਅੰਜਨ ਦੀ ਗੱਲ ਕਰੀਏ। ਸ਼ੁੱਧ ਵਿਅੰਜਨ ਇਹਦੇ ਤੇ ਮੈਂ ਥੋੜੀ ਜਿਹੀ ਚਰਚਾ ਕਰੂੰਗਾ
शुद्ध व्यंजन साढ़े जी आप कह लीए जी 29 है। वैसे आपां नूं पता भी व्यंजन है जिहड़े ओह 32 है, सस्से तो लैके अड़ाड़े तक। अच्छा हुण 3 किहड़े अखर ने जिहड़े व्यंजन की शुद्ध व्यंजन की श्रेणी दे विच नहीं आ रहे? देखो किहड़े किहड़े। एक तो सब तो पहला तो एक नूं आपां कहने आ जी सुर यंतरी अखर है जिहड़ा ओह हैगा साडा हाहा साडा सुर यंतरी है। सुर यंतरी किवें है जी? देखो हुण आपां खंडी ते अखंडी धुनियां दी जदों आपां गल करांगे उदों आपां अखंडी धुनियां दे विच आपां एक चीज़ पढ़ांगे सुर, टोन जिन्हों आपां कह दिंदे आ। ओह एक पंजाबी दी अखंडी धुनी है सुर है जिहड़ी। देखो की है भी कुछ क इस तरह के शब्द हुंदे हन जिहदे विच आपां हाहे नूं पूरी तरह नहीं बोलते, खास करके जदों ये किसी शब्द के अंत विच आउंदा है। उदाहरण वास्ते चाह शब्द आपां बोलते हाँ, राह शब्द आपां बोलते हाँ। आपां बोलण लग्या की करदे हैं, इन्हां अखरां नूं आपां बोलण लग्या इन्हां शब्दां नूं सुर अपनी जिहड़ी अपनी आवाज़ है अपने साह नूं बस थोड़ा जिहा धक्का लगाउने आपां। धक्का लगता है एक तरह का, बस एक तरह का बल लगता है, बस इन्ने क नाल ही आपां चाह राह शब्द बोल दिंदे हाँ। हुण तुसीं मेरे बोलण दे विच देखी जाने हो कि मैं हाहा जिहड़ा उस नूं पूरा नहीं बोलिया। हाँ जिवें मान लो कि किसी का जिवें मान लो हर शब्द बोलना होवे तुसीं हरी जां हर शब्द, उदों हा है जिहड़ा अखर ये शुरू दे विच आया है शब्द दे, उदों आपां इहनूं प्रॉपर बोलते हाँ हर। पर जदों ये मान लो इन्हां शब्दां दे अंत विच आया तो उदों आपां बोलते हैं चाह राह। आपां चाह नहीं बोलते कदे। सो ये एक सुर नूं धक्का जिहा लगदा है, इस करके इस नूं व्यंजन दी मतलब की है भी एक व्यंजन की शुद्ध व्यंजन की गिणती दे विच नहीं गिणिया जाता। सो ये सुर यंतरी होण करके एक तो इस नूं व्यंजन नहीं गिणिया जाता, एक हो गया। दूसरा आपां पढ़ते हैं जी साडे पंजाबी दे अर्ध स्वर जां दूसरे शब्दां दे विच उहनूं कह दईए अर्ध व्यंजन। एवें ही है ना भी मान लो जे कोई अद्धा स्वर है तो यदा मतलब वो अखर अद्धा व्यंजन है, जां दूसरे शब्दों के विच जे कोई अखर अद्धा व्यंजन है तो वह अद्धा स्वर है। एक तो होगी हाहे सुर यंतरी की गल, अर्ध स्वर जां अर्ध व्यंजन। अच्छा अर्ध स्वर जां अर्ध व्यंजन यैया ते वावा ये दो ने जिहड़े साडे ये अर्ध स्वर जां अर्ध व्यंजन की श्रेणी में आउंदे हन। मतलब जो ना तो पूरा स्वर होवे ते ना ही पूरा व्यंजन होवे, उन्होंने कहा जाता है जी अर्ध स्वर जां अर्ध व्यंजन। यैया ते वावा साडे अर्ध स्वर हन जां अर्ध व्यंजन हन। देखो जी किवें, क्योंकि यैया जिहड़ा ओह ऐड़े दे विच तब्दील हो चुकिया है। किसी टाइम सवैया शब्द जिहड़ा सीगा, उदाहरण देख लो, किसी टाइम सवैया शब्द है जिहड़ा वो इस तरह लिखिया जाता सी यैये नाल, पर अजकल तुसी देख लो भी सवैया शब्द किताबां दे विच इस तरह लिखिया हुंदा है। सो ये है जिहड़ा ये यैया सीगा जिहड़ा वो ऐड़े दे विच तब्दील हो गया। ये जिहड़ा व्यंजन सीगा यैया ये स्वर दे विच तब्दील हो गया। उस प्रकार ही वह भी तुसी बहुत वारी देखते हाँ, जिवें शब्द है जिहड़ा सीगा स्वर्ग है ना, किसी समय स्वर्ग सीगा ते ओ जी स्वर्ग हो गया। हुण आ देख लो ऐड़े च तब्दील हो गया वावा भी, इत्थे यैया ते इत्थे वावा, स्वर्ग दे विच स्वर्ग शब्द हो गया। वेख लो वावा जिहड़ा वो ऐड़े च तब्दील हो गया। सो ये यैया ते वावा ये दो जड़ियां धुनियां ने, ये ना तो पूरे स्वरां की श्रेणी च आउंदियां ने ना पूरे व्यंजनां की श्रेणी में आउंदियां ने। इस करके ये तिन्नां नूं हाहा यैया ते वावा इन्हां तिन्नां नूं शुद्ध व्यंजन की श्रेणी में नहीं रखिया जाता। बत्तियां दे विचों 3 घटा दो, एक हाहे नूं घटा दो, एक यैये नूं ते एक वावे नूं। हाहा यैया ते वावा जदों घटाउने आ तां शुद्ध व्यंजन साडे किन्ने बचदे आ? शुद्ध व्यंजन साडे किन्ने बचदे आ जी? शुद्ध व्यंजन साडे
29 ਬਚਦੇ ਹਨ। ਸੋ ਇਹ ਗੱਲ ਦਾ ਤੁਸੀਂ ਥੋੜ੍ਹਾ ਜਿਹਾ ਖਿਆਲ ਰੱਖਣਾ ਹੈ। ਅੱਗੇ ਦੇਖਦੇ ਹਾਂ ਜੀ। ਹਾਂਜੀ, ਵਿਅੰਜਨ ਧੁਨੀਆਂ ਦੀ ਆਪਣੀ ਗੱਲ ਹੋ ਗਈ ਹੈ ਨਾ। ਸੋ ਇਹ ਹੈ ਜਿਹੜੀ ਲਾਈਨ ਦਾ ਵਿੱਚ ਧਿਆਨ ਰੱਖਿਓ ਥੋੜ੍ਹਾ ਜਿਹਾ, ਇਹਨੂੰ ਇੱਥੇ ਐਡ ਨਹੀਂ ਕਰਨਾ ਆਪਾਂ, ਕਿਉਂਕਿ ਇਹ ਲਾਈਨ ਹੈ ਜਿਹੜੀ ਇਹ ਤੁਹਾਨੂੰ ਹੁਣ ਮੈਂ ਦੱਸ ਦਿੱਤਾ ਹੈ ਕਿ ਜਿਹੜੇ ਸ਼ੁੱਧ ਵਿਅੰਜਨ ਆ ਸਾਡੇ ਉਹ 29 ਹਨ। ਸੱਸੇ ਤੋਂ ਲੈ ਕੇ ਅੜਾੜੇ ਤੱਕ ਅੱਖਰ ਵਿਅੰਜਨ ਜ਼ਰੂਰ ਹਨ, ਪਰ ਜਿਹੜੇ ਸ਼ੁੱਧ ਵਿਅੰਜਨ ਹਨ ਉਹ ਸਾਡੇ 29 ਹਨ। ਯਈਆ, ਵਾਵਾ ਤੇ ਹਾਹਾ ਇਹਨਾਂ ਨੂੰ ਸ਼ੁੱਧ ਵਿਅੰਜਨ ਨਹੀਂ ਮੰਨਿਆ ਜਾਂਦਾ। ਹਾਹੇ ਨੂੰ ਆਪਾਂ ਸੁਰ ਯੰਤਰੀ ਧੁਨੀ ਮੰਨਦੇ ਹਾਂ ਅਤੇ ਯਈਏ ਤੇ ਵਾਵੇ ਨੂੰ ਆਪਾਂ ਅਰਧ ਸਵਰ ਜਾਂ ਅਰਧ ਵਿਅੰਜਨ ਮੰਨਦੇ ਹਾਂ। ਅੱਗੇ ਗੱਲ ਕਰੀਏ ਜੀ ਅਨੁਨਾਸਿਕ ਧੁਨੀਆਂ ਦੀ। ਅਨੁਨਾਸਿਕੀ ਅੱਖਰ ਕਿਹੜੇ ਕਿਹੜੇ ਹੁੰਦੇ ਹਨ? ਦੇਖੋ ਜੀ, ਅੱਖਰ ਉਚਾਰਨ ਕਰਨ ਦਾ ਤਰੀਕਾ ਦੋ ਤਰੀਕੇ ਨਾਲ ਹੈ ਜੀ। ਅੱਖਰ ਉਚਾਰਨ ਕਰਨਾ ਤੁਸੀਂ ਦੋ ਤਰੀਕੇ ਨਾਲ ਕਰਦੇ ਆ। ਇੱਕ ਤਾਂ ਮੌਖਿਕ ਰੂਪ ਵਿੱਚ, ਇੱਕ ਨੱਕ ਰਾਹੀਂ ਅਨੁਨਾਸਿਕੀ ਰੂਪ ਵਿੱਚ, ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਸੋ ਇਹ ਦੇਖ ਲਓ। ਬਾਕੀ ਸਾਰੇ ਹੁਣ ਦੇਖੋ ਆਪਾਂ ਗੱਲ ਕਰੀਏ, ਦੇਖੋ ਅਮੂਮਨ ਤਾਂ ਆਪਾਂ ਕਿਸੇ ਵੀ ਅੱਖਰ ਨੂੰ ਉੱਪਰ ਬਿੰਦੀ ਲਾ ਦਿਓ, ਟਿੱਪੀ ਬਿੰਦੀ, ਟਿੱਪੀ ਵੀ ਅਨੁਨਾਸਿਕੀ ਧੁਨੀ ਦਾ ਹੈ ਨਾ, ਹੈਗਾ ਇੱਕ। ਜਿਵੇਂ ਬਿੰਦੀ ਲਾਤੀ ਕਿਸੇ ਵੀ ਆਪਾਂ ਅੱਖਰ 'ਤੇ ਤਾਂ ਉਸ ਨੂੰ ਆਪਾਂ ਅਨੁਨਾਸਿਕੀ ਬਣਾ ਸਕਦੇ ਹਾਂ। ਪਰ ਕੀ ਵਿਅੰਜਨਾਂ ਦੇ ਵਿੱਚੋਂ ਕਿਹੜੇ ਵਿਅੰਜਨ ਮੌਖਿਕ ਹਨ, ਕਿਹੜੇ ਅਨੁਨਾਸਿਕੀ ਵਿਅੰਜਨ ਹਨ, ਇਹ ਥੋੜ੍ਹਾ ਜਿਹਾ ਦੇਖਣਾ ਆਪਾਂ। ਦੇਖੋ ਕਿਵੇਂ, ਜਿਨ੍ਹਾਂ ਅੱਖਰਾਂ ਦਾ ਉਚਾਰਨ ਨੱਕ ਜਾਂ ਨਾਸਾ ਰਾਹੀਂ ਹੋਵੇ, ਆਪਣੇ ਨਜ਼ਲ ਰਾਹੀਂ ਹੋਵੇ, ਨੱਕ ਰਾਹੀਂ ਹੋਵੇ, ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਜੀ ਅਨੁਨਾਸਿਕੀ ਅੱਖਰ। ਜਿਨ੍ਹਾਂ ਅੱਖਰਾਂ ਨੂੰ ਬੋਲਦੇ ਸਮੇਂ ਆਵਾਜ਼ ਨੱਕ ਵਿੱਚੋਂ ਆਵੇ, ਅਨੁਨਾਸਿਕੀ ਅੱਖਰ ਕਹਿੰਦੇ ਹਨ ਉਹਨਾਂ ਨੂੰ। ਬਾਕੀ ਸਾਰੇ ਮੌਖਿਕ ਵਿਅੰਜਨ ਹਨ ਜੋ ਸਵਰਾਂ ਨਾਲ ਆ ਕੇ ਨਾਸਿਕਤਾ ਦਾ ਰੂਪ ਧਾਰਨ ਕਰਦੇ ਹਨ। ਬੜੀ ਇੰਪੋਰਟੈਂਟ ਗੱਲ ਲਿਖੀ ਹੋਈ ਹੈ ਇੱਥੇ ਕਿ ਮੰਨ ਲਓ ਵੀ ਤੁਸੀਂ ਅਨੁਨਾਸਿਕ ਅੱਖਰਾਂ ਬਾਰੇ ਪੜ੍ਹਦੇ ਆ। ਆਪਾਂ ਨੂੰ ਪਤਾ ਹੈ ਕਿ ਪੰਜਾਬੀ ਦੇ ਵਿੱਚ ੰਗਾ, ञ, ਣਾਣਾ, ਨੰਨਾ ਤੇ ਮੰਮਾ, ਇਹ ਜਿਹੜੇ 5 ਅੱਖਰ ਨੇ ਅਨੁਨਾਸਿਕੀ ਅੱਖਰ ਹਨ, ਅਨੁਨਾਸਿਕੀ ਵਿਅੰਜਨ ਹਨ। ਕਿਉਂਕਿ ਵਿਅੰਜਨ ਵੀ ਹੈ ਨਾ, ਇਹ ਵਿਅੰਜਨਾਂ ਦੀ ਸ਼੍ਰੇਣੀ 'ਚ ਵੀ ਆਉਂਦੇ ਆ ਅਤੇ ਅਨੁਨਾਸਿਕੀ ਅੱਖਰ ਵੀ ਹਨ। ਅੱਖਰ ਤਾਂ ਆਉਂਦੇ ਹੀ ਆਉਂਦੇ ਆ, ਕੋਈ ਦਿੱਕਤ ਨਹੀਂ। ਅੱਖਰ ਤਾਂ ਹਨ ਇਹ, ਪਰ ਹੈ ਕਿਹੜੇ ਅੱਖਰ? ਵਿਅੰਜਨ ਅੱਖਰ ਹਨ। ਇਸ ਤੋਂ ਬਾਅਦ ਦੇਖੀਏ ਜੀ, ਇੱਥੇ ਲਿਖਿਆ ਹੋਇਆ, ਦੁਬਾਰੇ ਦੇਖੋ ਫਿਰ ਗੱਲ ਨੂੰ, ਕਿ ਜਿਨ੍ਹਾਂ ਨੂੰ ਆਪਾਂ ਨੱਕ ਰਾਹੀਂ ਬੋਲਦੇ ਹਾਂ ਉਹਨਾਂ ਨੂੰ ਨਾਸਕੀ ਜਾਂ ਅਨੁਨਾਸਿਕੀ ਅੱਖਰ ਕਹਿੰਦੇ ਹਨ ਜੀ। ਕਿਹੜੇ ਹੈ ਜੀ? 5 ਹੈ। ਉਸ ਬਾਕੀ ਸਾਰੇ ਮੈਂ ਲਿਖਿਆ ਹੈ ਕਿ ਮੌਖਿਕ ਵਿਅੰਜਨ ਹਨ। ਬਾਕੀ ਸਾਰੇ ਵਿਅੰਜਨ ਕਿਹੜੇ ਹਨ? ਮੌਖਿਕ ਵਿਅੰਜਨ ਹਨ। ਪਰ ਜਿਹੜੇ ਮਤਲਬ ਕੀ ਹੈ ਵੀ ਆਪਣੇ ਆਪ ਦੇ ਵਿੱਚ ਮਤਲਬ ਅਸਲੀ ਰੂਪ ਦੇ ਵਿੱਚ ਜੇ ਕੋਈ ਅਨੁਨਾਸਿਕੀ ਅੱਖਰ ਹਨ ਤਾਂ ਉਹ ਹੈਗੇ ਆ ਜੀ ਗੰਗਾ, ञ, ਣਾਣਾ, ਨੰਨਾ ਤੇ ਮੰਮਾ। ਕਿਉਂਕਿ ਇਹਨਾਂ ਸ਼ਬਦਾਂ ਨੂੰ, ਇਹਨਾਂ ਅੱਖਰਾਂ ਨੂੰ ਬੋਲਣ ਸਮੇਂ ਆਪਾਂ ਆਵਾਜ਼ ਆਪਣੀ ਨੱਕ ਰਾਹੀਂ ਕੱਢਦੇ ਹਾਂ। ਅਤੇ ਬਾਕੀ ਸਾਰੇ ਮੌਖਿਕ ਆ, ਦੇਖ ਲਓ, ਕੱਕਾ, ਖੱਖਾ, ਗੱਗਾ, ਘੱਗਾ, ਚੱਚਾ, ਛੱਛਾ, ਜੱਜਾ, ਝੱਜਾ, ਟੈਂਕਾ, ਠੱਠਾ, ਡੱਡਾ, ਟੱਡਾ। ਇਹ ਸਾਰੇ ਜਦੋਂ ਅੱਖਰ ਬੋਲਦੇ ਆ ਉਦੋਂ ਆਪਣੀ ਆਵਾਜ਼ ਮੌਖਿਕ ਰੂਪ ਵਿੱਚ ਆਉਂਦੀ ਹੈ, ਨਾ ਕਿ ਨਾਸਕੀ ਜਾਂ ਅਨੁਨਾਸਿਕੀ ਰੂਪ ਵਿੱਚ। ਨਾਸਕੀ ਜਾਂ ਅਨੁਨਾਸਿਕੀ ਰੂਪ ਵਿੱਚ ਆਵਾਜ਼ ਕਦੋਂ ਆਉਂਦੀ ਹੈ? ਇਹ ਦੇਖ ਲਓ ਤੁਸੀਂ, ਜਦੋਂ ਇਹਨਾਂ ਨੂੰ ਬੋਲਦੇ ਆਪਾਂ ੰਗਾ, ञ, ਣਾਣਾ, ਨੰਨਾ, ਮੰਮਾ। ਜਦੋਂ ਇਹਨਾਂ ਅੱਖਰਾਂ ਨੂੰ ਆਪਾਂ ਬੋਲਿਆ ਆਪਣੀ ਆਵਾਜ਼ ਨੱਕ ਰਾਹੀਂ, ਨਾਸਾ ਰਾਹੀਂ ਆਉਂਦੀ ਹੈ ਕਿ ਨਹੀਂ? ਇਹ ਦੇਖ ਲਓ ਤੁਸੀਂ। ਅੱਛਾ, ਹੁਣ ਇੱਥੇ ਮੈਂ ਇੱਕ ਗੱਲ ਲਿਖੀ ਹੈ, ਦੂਸਰੇ ਸ਼ਬਦਾਂ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਸਾਡੇ ਜਿਹੜੇ ਲਗਾਖਰ ਹਨ, ਖਾਸ ਕਰਕੇ ਬਿੰਦੀ, ਉਹ ਕਿਸੇ ਵੀ ਅੱਖਰ ਨੂੰ ਅਨੁਨਾਸਿਕੀ ਅੱਖਰ ਦੇ ਵਿੱਚ ਤਬਦੀਲ ਕਰ ਦਿੰਦੀ ਹੈ। ਪਰ ਉਹਦੇ ਵਿੱਚ ਵੀ ਧਿਆਨ ਰੱਖਣ ਯੋਗ ਗੱਲ ਇਹ ਹੈ, ਉਦਾਹਰਣ ਵਾਸਤੇ ਇੱਕ ਉਦਾਹਰਣ ਤੁਹਾਨੂੰ ਦਿੰਦਾ। ਕਾ ਸ਼ਬਦ ਮੰਨ ਲਓ ਲਿਖਿਆ ਮੈਂ, ਕਾ ਸ਼ਬਦ, ਪਰ ਜਦੋਂ ਇਸ ਦੇ ਆਪਾਂ ਖੰਡ ਜਾਂ ਟੁਕੜੇ ਕੀਤੇ ਉਦੋਂ ਕੈ ਪਲੱਸ ਐੜੇ ਨੂੰ ਕੰਨਾ ਅਤੇ ਉੱਪਰ ਬਿੰਦੀ, ਉਦੋਂ ਵੀ ਇਹ ਹੈ ਜਿਹੜਾ ਤੁਸੀਂ ਕਾ ਸ਼ਬਦ ਬੋਲਿਆ ਹੈ ਇਹ ਨੱਕ ਦੇ ਵਿੱਚ ਬੋਲਿਆ ਹੈ। ਕਿਉਂਕਿ ਉੱਪਰ ਇੱਕ ਇਹੋ ਜਿਹੀ ਆਪਾਂ ਅਲੱਗ ਚਿੰਨ੍ਹ ਲਗਾ ਦਿੱਤਾ, ਇੱਕ ਇਹੋ ਜਿਹਾ ਚਿੰਨ੍ਹ ਲਗਾ ਦਿੱਤਾ ਜਿਹਦੇ ਨਾਲ ਇਹ ਅੱਖਰ ਨਾਸਕੀ ਜਾਂ ਅਨੁਨਾਸਿਕੀ ਹੋ ਗਿਆ। ਪਰ ਜਦੋਂ ਇਹਦੇ ਟੁਕੜੇ ਕੀਤੇ ਉਦੋਂ ਵੀ ਇਸ ਵਿਅੰਜਨ ਦੇ ਉੱਪਰ ਬਿੰਦੀ ਨਹੀਂ ਲੱਗੀ, ਉਹ ਬਿੰਦੀ ਹਟ ਕੇ ਸਵਰ ਦੇ ਉੱਪਰ ਲੱਗ ਗਈ।
ਇਹ ਵੀ ਥੋੜ੍ਹਾ ਜਿਹਾ ਗੱਲ ਕਰਾਂਗੇ। ਇਹ ਥੋੜ੍ਹੀ ਜੀ ਇੱਕ ਡੀਪ ਵਿਚਾਰ ਚਰਚਾ ਹੈ, ਇਹਦੇ ਉੱਪਰ ਵੀ ਆਪਾਂ ਗੱਲ ਕਰਾਂਗੇ। ਇਹ ਅਨੁਨਾਸਿਕੀ ਧੁਨੀਆਂ ਬਾਰੇ ਮੈਂ ਤੁਹਾਨੂੰ ਗੱਲ ਦੱਸੀ ਹੈ ਕਿ ਗੰਗਾ, ਨੰਨਾ, ਨਾਣਾ, ਨੰਨਾ ਅਤੇ ਮੰਮਾ 5 ਅੱਖਰ ਨੇ ਜਿਹੜੇ ਸਾਡੇ ਹਨ ਜੀ ਅਨੁਨਾਸਿਕੀ ਅੱਖਰ ਹਨ। ਇਹ ਅੱਖਰ ਵਿਅੰਜਨ ਵੀ ਹਨ ਅਤੇ ਅਨੁਨਾਸਿਕੀ ਵੀ ਹਨ। ਹੁਣ ਦੇਖੋ ਜੀ ਕੁਝ ਕੁ ਹੋਰ ਗੱਲਾਂ ਦੇਖਦੇ ਹਾਂ ਆਪਾਂ। ਆਧੁਨਿਕ ਪੰਜਾਬੀ ਵਿੱਚ ਨੰਨਾ, ਨੰਨਾ ਅਤੇ ਨਾਣਾ ਕਦੇ ਵੀ ਸ਼ਬਦ ਦੇ ਸ਼ੁਰੂ ਵਿੱਚ ਨਹੀਂ ਆਉਂਦੇ, ਵਿਚਕਾਰ ਜਾਂ ਅੰਤ ਵਿੱਚ ਹੀ ਆਉਂਦੇ ਹਨ। ਮਤਲਬ ਇਹ ਹੈ ਜਿਹੜੇ ਇਹਨਾਂ ਅੱਖਰਾਂ ਤੋਂ ਕਦੇ ਵੀ ਕੋਈ ਵੀ ਸ਼ਬਦ ਸ਼ੁਰੂ ਨਹੀਂ ਹੁੰਦਾ। ਹੋਰ ਦੇਖਦੇ ਹਾਂ ਜੀ ਅੱਗੇ ਨੋਟ ਲਾ ਕੇ ਇੱਕ ਗੱਲ ਲਿਖੀ ਹੋਈ ਹੈ। ਅਨੁਨਾਸਿਕਤਾ ਵਾਸਤੇ ਪੰਜਾਬੀ ਵਿੱਚ ਬਿੰਦੀ ਅਤੇ ਟਿੱਪੀ ਦੀ ਵਰਤੋਂ ਵੀ ਕੀਤੀ ਜਾਂਦੀ ਹੈ, ਪਰ ਬਿੰਦੀ ਅਤੇ ਟਿੱਪੀ ਲਗਾਖਰ ਹਨ। ਬਹੁਤ ਇੰਪੋਰਟੈਂਟ ਗੱਲ ਹੈ ਜੀ। ਪੰਜਾਬੀ ਦੇ ਵਿੱਚ 3 ਲਗਾਖਰ ਹਨ ਜੀ, 3 ਲਗਾਖਰ ਹਨ। ਕਿਹੜੇ ਕਿਹੜੇ ਜੀ? ਇੱਕ ਹੈਗੀ ਆ ਬਿੰਦੀ, ਇੱਕ ਟਿੱਪੀ, ਇੱਕ ਅਧਕ। ਇਹ ਲਗਾਖਰਾਂ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਪਰ ਜਿਹੜੇ ਨੰਗਾ, ਨੰਨਾ, ਨਾਣਾ, ਨੰਨਾ ਅਤੇ ਮੰਮਾ ਇਹ ਹਨ ਸਾਡੇ ਅਨੁਨਾਸਿਕੀ ਅੱਖਰ ਜਾਂ ਵਿਅੰਜਨ ਹਨ। ਅਨੁਨਾਸਿਕਤਾ ਵਾਸਤੇ ਪੰਜਾਬੀ ਵਿੱਚ ਹੋਰ ਕਿਸ ਚੀਜ਼ ਦੀ ਵਰਤੋਂ ਕੀਤੀ ਜਾਂਦੀ ਹੈ? ਬਿੰਦੀ ਜਾਂ ਟਿੱਪੀ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਇਹ ਗੱਲ ਤੁਸੀਂ ਖਾਸ ਧਿਆਨ ਰੱਖਣੀ ਹੈ। ਅੱਗੇ ਆ ਗਿਆ ਜੀ ਸਾਡਾ ਦੁੱਤ ਅੱਖਰ ਜਾਂ ਸੰਯੁਕਤ ਅੱਖਰ। ਵਿਦਿਆਰਥੀ ਕਈ ਵਾਰੀ ਮੈਸੇਜ ਕਰਦੇ ਹੁੰਦੇ ਆ। ਵੈਸੇ ਹੀ ਤੁਹਾਡੇ ਨਾਲ ਮਜ਼ਾਕ ਨਾਲ ਇੱਕ ਗੱਲ ਸ਼ੇਅਰ ਕਰਦਾ ਕਿ ਵਿਦਿਆਰਥੀ ਕਹਿੰਦੇ ਨੇ ਸਰ ਜੀ ਦੂਤ ਅੱਖਰ ਕਿਹੜੇ ਹੁੰਦੇ ਆ? ਦੂਤ ਅੱਖਰ ਨਹੀਂ ਹੁੰਦੇ। ਇਸ ਤਰ੍ਹਾਂ ਦਾ ਕੋਈ ਦੂਤ ਜਮਦੂਤ ਅੱਖਰ ਨਹੀਂ ਬਣਿਆ, ਸਿਰਫ ਦੁੱਤ ਅੱਖਰ ਕਿਹਾ ਜਾਂਦਾ ਹੈ ਇਹਨਾਂ ਨੂੰ ਜੀ। ਕੀ ਨਾਮ ਹੈ ਇਹਨਾਂ ਦਾ? ਦੁੱਤ ਅੱਖਰ ਜਾਂ ਸੰਯੁਕਤ ਅੱਖਰ, ਜਾਂ ਕਈ ਵਾਰੀ ਤੁਸੀਂ ਇੱਕ ਨਾਮ ਹੋਰ ਸੁਣਦੇ ਆ ਜੁੜਵੇਂ ਅੱਖਰ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ। ਇਹਨਾਂ ਦੇ ਨਾਮ ਰੱਖਿਓ ਧਿਆਨ। ਇਹਨਾਂ ਨੂੰ ਦੁੱਤ ਅੱਖਰ ਵੀ ਕਿਹਾ ਜਾਂਦਾ ਹੈ, ਸੰਯੁਕਤ ਅੱਖਰ ਵੀ ਕਿਹਾ ਜਾਂਦਾ ਹੈ, ਜੁੜਵੇਂ ਅੱਖਰ ਵੀ ਕਿਹਾ ਜਾਂਦਾ ਹੈ। ਦੁੱਤ ਅੱਖਰ ਜਾਂ ਸੰਯੁਕਤ ਅੱਖਰ ਜੁੜਵੇਂ ਹੁੰਦੇ ਹਨ। ਆ ਗਈ ਨਾ ਗੱਲ? ਹੋ ਗਈ ਕਲੀਅਰ ਗੱਲ? ਪੰਜਾਬੀ ਵਿੱਚ ਹਾਹਾ, ਰਾਰਾ ਅਤੇ ਵਾਵਾ ਅਜਿਹੇ ਅੱਖਰ ਹਨ ਜੋ ਆਪਣੇ ਮੂਲ ਰੂਪ ਵਿੱਚ ਵੀ ਵਰਤੇ ਜਾਂਦੇ ਹਨ ਅਤੇ ਸੰਯੁਕਤ ਰੂਪ ਵਿੱਚ ਵੀ ਵਰਤੇ ਜਾਂਦੇ ਹਨ। ਇਸ ਕਰਕੇ ਹਾਹਾ, ਰਾਰਾ ਅਤੇ ਵਾਵਾ ਇਹਨਾਂ ਤਿੰਨਾਂ ਅੱਖਰਾਂ ਨੂੰ ਦੁੱਤ ਅੱਖਰ, ਸੰਯੁਕਤ ਅੱਖਰ ਜਾਂ ਜੁੜਵੇਂ ਅੱਖਰ ਵੀ ਆਖਿਆ ਜਾਂਦਾ ਹੈ। ਠੀਕ ਹੈ ਵਿਦਿਆਰਥੀਓ, ਮੈਨੂੰ ਉਮੀਦ ਆ ਗੱਲ ਸਮਝ ਆ ਗਈ ਤੁਹਾਡੇ। ਇਹ ਸਿੱਧਾ ਜਿਹੀ ਪ੍ਰਸ਼ਨ ਪੁੱਛਦੇ ਹੁੰਦੇ ਆ ਰੀਡ ਦੇ ਵਿੱਚ, ਤਾਂ ਸਿੱਧਾ ਹੀ ਮਤਲਬ ਪੁੱਛ ਲੈਂਦਾ ਹੁੰਦਾ ਐਵੇਂ ਵੀ ਪੰਜਾਬੀ ਦੇ ਵਿੱਚ ਦੁੱਤ ਅੱਖਰ ਕਿਹੜੇ ਆ, ਦੁੱਤ ਅੱਖਰ ਕਿੰਨੇ ਆ। ਬਸ ਇੱਥੇ ਹੀ ਵਿਦਿਆਰਥੀ ਭਰਮਦਾ ਰਹਿੰਦਾ। ਇਸ ਕਰਕੇ ਭਰਮਣ ਦੀ ਥਾਂ 'ਤੇ ਇਸ ਗੱਲ ਨੂੰ ਕਲੀਅਰ ਕਰੋ, ਆਪਣੇ ਆਪ ਨੂੰ ਭਰਮਾਓ ਨਾ, ਕਨਫਿਊਜ਼ਨ 'ਚੋਂ ਬਾਹਰ ਕੱਢੋ। ਇਹ ਅੱਖਰ ਕਿਸੇ ਮੂਲ ਅੱਖਰ ਦੇ ਪੈਰਾਂ ਵਿੱਚ ਵਰਤੇ ਜਾਂਦੇ ਹਨ ਅਤੇ ਦੋਵੇਂ ਮਿਲ ਕੇ ਇੱਕ ਆਵਾਜ਼ ਪੈਦਾ ਕਰਦੇ ਹਨ। ਦੇਖੋ ਜੀ ਕਿਵੇਂ, ਆ ਦੇਖੋ ਹਾਹਾ ਜਿਹੜਾ ਆ ਪੈਰ ਦੇ ਵਿੱਚ ਲੱਗਿਆ, ਜਦੋਂ ਹੜ, ਪੜਨਾ, ਚੁੱਲ੍ਹਾ, ਮੂੜਾ, ਮੂੜੇ ਨੂੰ ਮੂਰਖ ਨੂੰ ਕਿਹਾ ਜਾਂਦਾ ਮੂੜਾ, ਹੜ, ਗੜ, ਮੁੜਕਾ, ਕੜੀ। ਇਹ ਸ਼ਬਦ ਤੁਸੀਂ ਸਧਾਰਨ ਆਮ ਦੇਸੀ ਜਿਹੇ ਸ਼ਬਦ ਸੁਣੇ ਹੋਏ ਆ ਸਾਰਿਆਂ ਨੇ। ਸੋ ਇਹ ਹੈ ਸ਼ਬਦ, ਇਹਨਾਂ ਦੇ ਅੱਖਰਾਂ ਦੇ ਆ ਜਿਹੜਾ ਅੱਖਰ ਲਿਖੇ ਹੋਏ ਆ ਇਹਨਾਂ ਦੇ ਪੈਰਾਂ ਦੇ ਵਿੱਚ ਜਦੋਂ ਹਾਹਾ ਲੱਗ ਗਿਆ ਅਤੇ ਉਦੋਂ ਇਸ ਦੀ ਬੋਲੀ ਦੇ ਵਿੱਚ ਵੀ ਥੋੜ੍ਹੀ ਜਿਹੀ ਤਬਦੀਲੀ ਆ ਗਈ ਅਤੇ ਇਹ ਇੱਕ ਸੰਯੁਕਤ ਅੱਖਰ ਦੇ ਤੌਰ 'ਤੇ ਵਰਤਿਆ ਗਿਆ ਹਾਹਾ। ਉਸ ਤੋਂ ਬਾਅਦ ਰਾਰਾ ਕਿਵੇਂ ਵਰਤਿਆ ਜਾਂਦਾ ਹੈ ਜੀ? ਸ਼੍ਰੀ ਲਿਖਦੇ ਆ, ਸਰੋਤ, ਪ੍ਰੀਤ, ਕ੍ਰਮ, ਪ੍ਰੋਫੈਸਰ, ਪ੍ਰੇਮ, ਪ੍ਰਸ਼ਨ, ਪ੍ਰਗਟ, ਸੰਸਕ੍ਰਿਤ, ਅੰਮ੍ਰਿਤ। ਇਹ ਸ਼ਬਦ ਜਦੋਂ ਲਿਖੇ ਹੁੰਦੇ ਆ ਤਾਂ ਉਦੋਂ ਰਾਰਾ ਪੈਰ ਦੇ ਵਿੱਚ ਲੱਗਿਆ ਹੁੰਦਾ ਹੈ। ਉਸ ਤੋਂ ਬਾਅਦ ਦੇਖੋ ਜੀ ਵਾਵਾ ਕਿਵੇਂ? ਸਵਾਦ ਲਿਖਣਾ ਹੈ, ਸਵਰ, ਸਵੈ ਜੀਵਨੀ, ਸਵਰ ਦੋਨੋਂ ਤਰ੍ਹਾਂ ਨਾਲ ਹੀ ਲਿਖਿਆ ਤੁਸੀਂ ਦੇਖ ਸਕਦੇ ਹੋ। ਇਸ ਤਰ੍ਹਾਂ ਵੀ ਲਿਖਿਆ ਹੁੰਦਾ ਅਤੇ ਦੂਸਰਾ ਵੀ ਸਹਿ, ਪੂਰਾ ਵਹਿ, ਰਹਿ। ਸਵੈ ਜੀਵਨੀ, ਸਵੈ ਵਿਸ਼ਵਾਸ, ਸਵੈ ਸਤਿਕਾਰ, ਸਵੈ ਮਾਣ। ਇਹ ਸ਼ਬਦ ਨੇ ਜਿਹੜੇ, ਇਹ ਉਦਾਹਰਨਾਂ ਜਿਹੜੀਆਂ ਹਾਹਾ, ਰਾਰਾ ਅਤੇ ਵਾਵਾ, ਇਹ 3 ਸੰਯੁਕਤ ਅੱਖਰਾਂ ਨੂੰ ਦਰਸਾਉਣ ਵਾਲੀਆਂ ਉਦਾਹਰਨਾਂ ਹਨ। ਆਪਾਂ ਕੀ ਗੱਲ ਕੀਤੀ ਅੱਜ? ਦੁੱਤ ਅੱਖਰਾਂ ਦੀ ਗੱਲ ਹੁਣ ਹੋ ਗਈ ਆਪਣੀ ਕਲੀਅਰ। ਆਪਾਂ ਵਰਨਾਂ ਦੀਆਂ ਕਿਸਮਾਂ ਜਾਂ ਵਰਗੀਕਰਨ ਦੇ ਵਿੱਚ ਸੀਗੇ, ਜਿਹਦੇ ਵਿੱਚ ਆਪਾਂ ਸਵਰਾਂ ਬਾਰੇ ਜਾਣਕਾਰੀ ਲਈ, ਥੋੜ੍ਹੀ ਜਿਹੀ ਵਿਅੰਜਨਾਂ ਬਾਰੇ, ਅਨੁਨਾਸਿਕ ਧੁਨੀਆਂ ਬਾਰੇ, ਦੁੱਤ ਜਾਂ ਸੰਯੁਕਤ ਅੱਖਰ ਜਾਂ ਜੁੜਵੇਂ ਅੱਖਰਾਂ ਬਾਰੇ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜੀ ਜਾਣਕਾਰੀ। ਆਪਾਂ ਨੂੰ ਹੁਣ ਪਤਾ ਲੱਗ ਗਿਆ
ਇੱਕ ਮਤਲਬ ਸਧਾਰਨ ਇੱਕ ਵਰਗੀਕਰਨ ਸਾਡੇ ਸਾਹਮਣੇ ਆ ਗਿਆ ਵੀ ਸਵਰ ਆ ਜਿਹੜੇ ਉਹ ਕਿਹੜੇ ਆ, ਸਵਰਾਂ ਤੋਂ ਕਿਹੜੀਆਂ ਮਤਲਬ ਸਵਰ ਧੁਨੀਆਂ ਬਣਦੀਆਂ। ਵਿਅੰਜਨਾਂ 'ਚ ਆਪਾਂ ਵਿਅੰਜਨਾਂ ਦੀ ਗੱਲ ਕੀਤੀ, ਨਾਲ ਨਾਲ ਆਪਾਂ ਸ਼ੁੱਧ ਵਿਅੰਜਨਾਂ ਦੀ ਗੱਲ ਕੀਤੀ। ਉਹਦੇ ਵਿੱਚ ਆਪਾਂ ਇਹ ਵੀ ਦੇਖਿਆ ਕਿ ਕਿਵੇਂ ਹਾਹਾ ਸੁਰ ਯੰਤਰੀ ਹੈ ਅਤੇ ਯਈਆ ਅਤੇ ਵਾਵਾ ਕਿਵੇਂ ਮਤਲਬ ਇੱਕ ਅਰਧ ਸਵਰ ਹਨ ਜਾਂ ਅਰਧ ਵਿਅੰਜਨ ਹਨ ਜੋ ਸ਼ੁੱਧ ਵਿਅੰਜਨਾਂ ਦੀ ਸ਼੍ਰੇਣੀ ਵਿੱਚ ਨਹੀਂ ਆਉਂਦੇ, ਕਿਉਂਕਿ ਉਹ ਨਾ ਤਾਂ ਪੂਰੇ ਸਵਰ ਹਨ ਅਤੇ ਨਾ ਪੂਰੇ ਵਿਅੰਜਨ ਹਨ। ਅਨੁਨਾਸਿਕ ਧੁਨੀਆਂ ਦੀ ਗੱਲ ਕੀਤੀ। ਅਨੁਨਾਸਿਕੀ ਧੁਨੀਆਂ ਆਪਾਂ ਦੇਖੀਆਂ ਜੀ 5 ੰਗਾ, ඤੰඤਾ, ਣਾਣਾ, ਨੰਨਾ ਅਤੇ ਮੰਮਾ। ਇਹ 5 ਅੱਖਰ ਨੇ ਜਿਹੜੇ, ਇਹ 5 ਵਿਅੰਜਨ ਨੇ ਜਿਹੜੇ, ਇਹ ਅਨੁਨਾਸਿਕੀ ਅੱਖਰ ਜਾਂ ਅਨੁਨਾਸਿਕੀ ਵਿਅੰਜਨ ਹਨ। ਦੁੱਤ ਜਾਂ ਸੰਯੁਕਤ ਅੱਖਰ ਜਾਂ ਜੁੜਵੇਂ ਅੱਖਰ, ਨਾਮ ਇਹਨਾਂ ਦੇ ਤਿੰਨੇ ਧਿਆਨ ਰੱਖਿਓ। ਐਗਜ਼ਾਮੀਨਰ ਦੀ ਮਰਜ਼ੀ ਹੈ ਇਹਦੇ ਵਿੱਚੋਂ ਕਿਹੜਾ ਨਾਮ ਉਹ ਚੂਜ਼ ਕਰਨਾ ਚਾਹੁੰਦਾ, ਕਿਹੜਾ ਨਾਮ ਤੁਹਾਨੂੰ ਪੁੱਛ ਕੇ, ਕਿਹੜਾ ਨਾਮ ਲਿਖ ਕੇ ਤੁਹਾਨੂੰ ਪ੍ਰਸ਼ਨ ਪੁੱਛਣਾ ਚਾਹੁੰਦਾ ਹੈ। ਦੁੱਤ ਅੱਖਰ ਵੀ ਲਿਖ ਸਕਦਾ ਹੈ, ਸੰਯੁਕਤ ਅੱਖਰ ਵੀ ਲਿਖ ਸਕਦਾ ਹੈ ਅਤੇ ਜੁੜਵੇਂ ਅੱਖਰ ਵੀ ਲਿਖ ਸਕਦਾ ਹੈ। ਇਹ ਮਰਜ਼ੀ ਹੈ ਬਾਈ, ਐਗਜ਼ਾਮੀਨਰ ਦੇ ਮਾਈਂਡ 'ਤੇ ਡਿਪੈਂਡ ਕਰਦੀ ਹੈ ਇਹ ਗੱਲ। ਸਵਰਾਂ ਦੀ ਗੱਲ ਕੀਤੀ, ਵਿਅੰਜਨਾਂ ਦੀ ਆਪਾਂ, ਅਨੁਨਾਸਿਕੀ ਧੁਨੀਆਂ ਦੀ, ਅਤੇ ਉਸ ਤੋਂ ਬਾਅਦ ਦੁੱਤ ਜਾਂ ਸੰਯੁਕਤ ਅੱਖਰਾਂ ਦੀ ਗੱਲ ਕੀਤੀ। ਹੁਣ ਆਪਾਂ ਅਗਲੀ ਕਲਾਸ ਦੇ ਵਿੱਚ ਪੰਜਾਬੀ ਲਗਾ ਮਾਤਰਾ ਦੀ ਗੱਲ ਕਰਾਂਗੇ ਜੀ। ਲਗਾ ਮਾਤਰਾਵਾਂ ਕਿਵੇਂ ਮਤਲਬ ਲੱਗਦੀਆਂ ਹਨ ਅਤੇ ਸਵਰਾਂ ਨੂੰ ਦੇਖੋ, ਵਿਅੰਜਨਾਂ ਨੂੰ ਤਾਂ ਸਾਰੀਆਂ ਲੱਗ ਜਾਂਦੀਆਂ ਅਤੇ ਸਵਰਾਂ ਨੂੰ ਉਸ ਦਾ ਨਿਰਧਾਰਨ ਕਿਵੇਂ ਕੀਤਾ ਗਿਆ ਹੈ, ਉਹਦੇ ਬਾਰੇ ਕੋਈ ਟ੍ਰਿਕ ਵਗੈਰਾ ਹੈ ਯਾਦ ਕਰਨ ਨੂੰ, ਉਹ ਆਪਾਂ ਅਗਲੀ ਜਮਾਤ ਦੇ ਵਿੱਚ ਮਿਲਦੇ ਹਾਂ ਜੀ ਜਲਦੀ। ਸਤਿ ਸ੍ਰੀ ਅਕਾਲ।